ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ। ਕੁੰਡਲੀ ਬਾਰਡਰ ਦੇ ਉੱਤੇ ਚੱਲ ਰਹੇ ਇੱਕ ਇਨਸਾਨੀ ਸੰਘਰਸ਼ ਤੋਂ ਬੀਤੇ ਦਿਨੀ ਇੱਕ ਬੜੀ ਦੁਖਦਾਈ ਖਬਰ ਆਈ, ਜਿੱਥੇ ਕਰਨਾਲ ਦੇ ਪਿੰਡ ਸਿੰਘੜਾ ਦੇ ਵਿੱਚ ਨਾਨਕਸਰ ਸੰਪਰਦਾਇ ਦੇ ਸੰਤ ਬਾਬਾ ਰਾਮ ਸਿੰਘ ਜੀ, ਜੋ ਕੁੰਡਲੀ ਬਾਰਡਰ 'ਤੇ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦੇ ਲਈ ਸੇਵਾਵਾਂ ਦੇ ਰਹੇ ਸਨ, ਲੰਗਰ ਦੀਆਂ ਸੇਵਾਵਾਂ ਦੇ ਰਹੇ ਸਨ, ਤਾਂ ਉਹਨਾਂ ਦੇ ਵੱਲੋਂ ਇਸ ਅੰਦੋਲਨ ਤੋਂ, ਕਿਸਾਨਾਂ ਦੀ ਹਾਲਤ ਤੋਂ ਦੁਖੀ ਹੋ ਕੇ ਆਪਣੀ ਜਾਨ ਇਸ ਅੰਦੋਲਨ ਦੇ ਲੇਖੇ ਲਗਾ ਦਿੱਤੀ ਹੈ। ਅਸੀਂ ਅੱਜ ਸਿੰਘੜੀ ਪਿੰਡ ਦੇ ਉਸੇ ਸਥਾਨ ਦੇ ਉੱਤੇ ਮੌਜੂਦ ਹਾਂ, ਜਿੱਥੋਂ ਸੰਤ ਬਾਬਾ ਰਾਮ ਸਿੰਘ ਜੀ ਆਪਣੀਆਂ ਸੇਵਾਵਾਂ ਆਪਣੇ ਸੰਪਰਦਾਇ ਨੂੰ ਚਲਾਇਆ ਕਰਦੇ ਸੀ। ਤਾਂ ਸਾਡੇ ਨਾਲ ਖਾਲਸਾ ਜੀ ਨੇ। ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਜਿਹੜੀ ਬੀਤੇ ਦਿਨੀ ਜੋ ਘਟਨਾ ਵਾਪਰੀ ਹੈ, ਸੰਤ ਬਾਬਾ ਰਾਮ ਸਿੰਘ ਜੀ ਦੇ ਵੱਲੋਂ ਕਿਹਾ ਗਿਆ ਵੀ ਮੈਂ ਇਸ ਸੰਘਰਸ਼ ਤੋਂ, ਕਿਸਾਨਾਂ ਦੀ ਹਾਲਤ ਦੇਖ ਕੇ ਬਹੁਤ ਮੇਰਾ ਮਨ ਦੁਖੀ ਸੀ, ਇਸ ਕਰਕੇ ਮੈਂ ਆਪਣਾ ਆਪ ਸਮਰਪਿਤ ਕਰ ਰਿਹਾ ਇਸ ਅੰਦੋਲਨ ਨੂੰ, ਕਿਵੇਂ ਦੇਖ ਰਹੇ ਹੋ? ਪਰਮ ਪੂਜਯ ਬਾਬਾ ਜੀ ਜਦੋਂ ਦਾ ਅੰਦੋਲਨ ਪ੍ਰਾਰੰਭ ਹੋਇਆ, ਉਦੋਂ ਤੋਂ ਉਸ ਦੇ ਪ੍ਰਤੀ ਬੜੇ ਧਿਆਨ ਰੱਖਦੇ ਸਨ, ਉਸ ਦਾ ਕਿ ਕੀ ਹੋ ਰਿਹਾ ਹੈ, ਕਿਵੇਂ ਹੈ, ਸਰਕਾਰ ਕਿਹੜਾ ਸਟੈਪ ਲੈ ਰਹੀ ਹੈ, ਕਿਸਾਨ ਕੀ ਕਰ ਰਹੇ ਹਨ। ਪਰ ਨਾਨਕਸਰ ਸੰਪਰਦਾ ਜ਼ਿਆਦਾ ਰਾਜਨੀਤੀ ਦੇ ਵਿੱਚ ਨਹੀਂ ਜਾਂਦੀ, ਅੰਦੋਲਨਾਂ ਵਗੈਰਾ ਵਿੱਚ ਨਹੀਂ ਜ਼ਿਆਦਾ ਜਾਂਦੀ। ਪਰ ਜੋ ਨੌਵੇਂ ਪਾਤਸ਼ਾਹ ਨੇ ਕਿਹਾ, ਪੈ ਕਾਹੂ ਕੋ ਦੇਤ ਨੈ ਪੈ ਮਾਨਤ ਆਨ। ਦਸਵੇਂ ਪਾਤਸ਼ਾਹ ਨੇ ਕਿਹਾ, ਚੂੰ ਕਰ ਅਜ਼ਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਸ਼ਮਸ਼ੀਰ ਦਸਤ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਮੈਂ ਪਹਿਲਾਂ ਪਿਆਰ ਨਾਲ ਗੱਲ ਕਰਦਾ, ਫਿਰ ਮੈਂ ਵਿਚਾਰ ਨਾਲ ਗੱਲ ਕਰਦਾ। ਜਦੋਂ ਮੇਰੇ ਪਿਆਰ ਤੇ ਵਿਚਾਰ ਦੀ ਗੱਲ ਨੂੰ ਕੋਈ ਸਮਝੇ ਹੀ ਨਾ, ਕਹਿੰਦੇ ਫਿਰ ਇੱਕ ਹੋਰ ਸਟੈਪ ਉਠਾਉਣਾ ਪੈਂਦਾ ਬੰਦੇ ਨੂੰ। ਬਾਬਾ ਜੀ 9 ਤਰੀਕ ਨੂੰ ਕੁੰਡਲੀ ਬਾਰਡਰ ਗਏ, ਉੱਥੇ ਸਾਰਾ ਉਹਨਾਂ ਨੇ ਦ੍ਰਿਸ਼ ਦੇਖਿਆ। ਆਪਣੇ ਕਰ ਕਮਲਾਂ ਦੇ ਨਾਲ 5 ਲੱਖ ਰੁਪਈਆ ਉੱਥੇ ਕਿਸਾਨ ਅੰਦੋਲਨ ਨੂੰ ਸੇਵਾ ਵੀ ਭੇਜੀ। ਆਪ ਤਾਂ ਨਹੀਂ ਉਹ ਸਟੇਜ 'ਤੇ ਗਈ, ਦਾਸਰਿਆਂ ਨੂੰ ਭੇਜਿਆ ਸੀ। ਉਸ ਤੋਂ ਬਾਅਦ ਉਹ ਗੱਡੀ 'ਚ ਬੈਠੇ ਸਾਰਾ ਦ੍ਰਿਸ਼ ਦੇਖਦੇ ਰਹੇ। 13-14 ਕਿਲੋਮੀਟਰ ਜਦੋਂ ਭੀੜ ਦੇ ਵਿੱਚ ਸਫ਼ਰ ਕੀਤਾ, ਕਿ ਬਜ਼ੁਰਗ ਕਿਵੇਂ ਵਿਚਾਰੇ ਬੈਠੇ ਹਨ, ਮਾਤਾਵਾਂ ਕਿਵੇਂ ਉੱਥੇ ਰੁਲ ਰਹੀਆਂ ਹਨ, ਬੱਚੇ ਕਿਵੇਂ ਗਿੱਲੇ ਪਾਣੀਆਂ ਦੇ ਵਿੱਚ ਬੈਠੇ ਹਨ, ਉੱਪਰੋਂ ਠੰਡ ਪੈ ਰਹੀ ਹੈ, ਥੱਲਿਓਂ ਠੰਡ ਚੜ੍ਹ ਰਹੀ ਹੈ। ਇਹ ਉਹਨਾਂ ਦੇ ਹਿਰਦੇ ਨੂੰ ਪੀੜਾ ਪਹੁੰਚਾਉਣੀ ਸ਼ੁਰੂ ਕਰ ਦਿੱਤੀ। 9 ਤਰੀਕ ਤੋਂ ਲੈ ਕੇ 15 ਤਰੀਕ ਤੱਕ ਉਹ ਜਿਹਨੂੰ ਵੀ ਮਿਲਦੇ ਉੱਥੇ ਦੀ ਹੀ ਗੱਲ ਕਰਦੇ, ਅਤੇ ਇਹ ਕਹਿੰਦੇ ਕਿ ਮੇਰੇ ਅੰਦਰੋਂ ਦ੍ਰਿਸ਼ ਚੱਲ ਰਿਹਾ ਹੈ ਅਤੇ ਮੇਰੇ ਹਿਰਦੇ ਨੂੰ ਦੁੱਖ ਪਹੁੰਚਾ ਰਿਹਾ, ਕਿ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ। 15 ਤਰੀਕ ਨੂੰ ਫਿਰ ਸਾਨੂੰ ਬੁਲਾਇਆ, ਕਹਿੰਦੇ ਚਲੋ ਚੱਲੀਏ। ਜਦੋਂ ਚੱਲਣ ਦੀ ਤਿਆਰੀ ਹੋਈ, ਫਿਰ ਉਹਨਾਂ ਨੇ ਪਾਣੀਪਤ ਦੀ ਸੰਗਤ ਨੂੰ ਕੀਤਾ ਕਿ 500 ਕੰਬਲ ਦਾ ਇੰਤਜ਼ਾਮ ਕਰੋ, ਕਿ ਜਿਹੜੇ ਉੱਥੇ ਠੰਡ ਨਾਲ ਵਿਚਾਰੇ ਮਰ ਰਹੇ ਹਨ, ਕਿ ਜਿੰਨਾ ਕੁ ਆਪਾਂ ਕਰ ਸਕਦੇ ਹਾਂ ਆਪਾਂ ਉਹਨਾਂ ਨੂੰ ਦੇ ਕੇ ਆਈਏ। ਬਾਬਾ ਜੀ ਆਪ ਤਾਂ ਫਿਰ ਨਹੀਂ ਸਟੇਜ 'ਤੇ ਗਏ, ਕੰਬਲ ਵਗੈਰਾ ਭੇਜੇ ਸਟੇਜ 'ਤੇ, ਆਪ ਗੱਡੀ 'ਚ ਹੀ ਰਹੇ। ਫਿਰ ਆ ਕੇ ਰਾਤ ਨੂੰ ਉੱਥੋਂ ਬਾਬਾ ਜੀ ਟਿਕਰੀ ਬਾਰਡਰ ਚਲੇ ਗਏ। ਪਹਿਲਾਂ ਕੁੰਡਲੀ ਬਾਰਡਰ ਗਏ, ਉੱਥੇ ਕੰਬਲ ਦਿੱਤੇ। ਫਿਰ ਰਾਤ ਨੂੰ 10 ਵਜੇ ਉੱਥੋਂ ਟਿਕਰੀ ਬਾਰਡਰ ਚਲੇ ਗਏ। ਉੱਥੇ 12 ਵਜੇ ਪਹੁੰਚੇ। ਉੱਥੇ ਜਿਹੜੇ ਇਸ ਇਲਾਕੇ ਦੇ ਉੱਥੇ ਕਿਸਾਨ ਅੰਦੋਲਨ ਦੇ ਵਿੱਚ ਹਨ ਇਨਸਾਨ, ਉਹਨਾਂ ਨੂੰ ਮਿਲੇ, ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ, ਉਹਨਾਂ ਨੂੰ ਥੋੜ੍ਹਾ ਉਤਸ਼ਾਹਿਤ ਕੀਤਾ। ਫਿਰ ਰਾਤ ਨੂੰ 2:30 ਵਜੇ ਵਾਪਸ ਪਹੁੰਚੇ ਇੱਥੇ। ਜਿਸ ਤਰ੍ਹਾਂ 2:30 ਵਜੇ ਵਾਪਸ ਪਹੁੰਚੇ, ਆਪਣੇ ਸੇਵਾਦਾਰ ਨੂੰ ਕਹਿੰਦੇ ਅੱਧੇ ਘੰਟੇ ਬਾਅਦ, ਕਹਿੰਦੇ ਮੇਰਾ ਮਨ ਨਹੀਂ ਲੱਗ ਰਿਹਾ, ਚੱਲ ਆਪਾਂ ਫਿਰ ਚੱਲੀਏ ਵਾਪਸ। ਇੱਥੋਂ ਵਾਪਸ ਆ ਕੇ ਦੁਬਾਰਾ ਚਲੇ ਗਏ। ਉਹਨਾਂ ਨੇ ਕਿਹਾ ਕਿ 2:30 ਵਜੇ ਆਏ, 3 ਵਜੇ ਕਹਿੰਦੇ ਚਲੋ ਫਿਰ ਵਾਪਸ ਚੱਲੀਏ ਰਾਤ ਨੂੰ। ਅਤੇ ਸੇਵਾਦਾਰ ਕਹਿਣ ਲੱਗੇ ਜੀ ਅੱਧੀ ਰਾਤ ਹੈ, ਉੱਥੇ ਵੀ ਕੋਈ ਨਹੀਂ ਹੋਏਗਾ, ਆਪਾਂ ਇਸ ਵੇਲੇ ਕੀ ਕਰਾਂਗੇ, ਜਾ ਕੇ ਸਵੇਰੇ ਚੱਲਾਂਗੇ। ਆਪਣੇ ਕਮਰੇ ਚਲੇ ਗਏ। ਆਪਣੇ ਕਮਰੇ ਦੇ ਵਿੱਚ ਜਾ ਕੇ ਕਿਵੇਂ ਉਹਨਾਂ ਦਾ ਅੰਦਰ ਚਿੰਤਨ ਚੱਲਿਆ, ਸੁੱਤੇ ਨਹੀਂ ਸੁੱਤੇ ਇਹ ਉਹ ਜਾਣਨ। ਪਰ ਸਵੇਰੇ ਜਿਵੇਂ ਅਸੀਂ 10:30-11 ਵਜੇ ਉਹਨਾਂ ਨੂੰ ਮਿਲਦੇ ਹੁੰਦੇ ਸੀ ਸਾਰੇ ਆ ਕੇ। ਜਦੋਂ ਅਸੀਂ ਆਏ ਤਾਂ ਸਾਡੇ ਆਉਣ ਤੋਂ ਪਹਿਲਾਂ ਜਾ ਚੁੱਕੇ ਸਨ। ਜਦੋਂ ਜਾ ਚੁੱਕੇ ਸਨ ਤਾਂ ਅਸੀਂ ਪੁੱਛਿਆ ਗਏ ਕਿੱਥੇ, ਕਹਿੰਦੇ ਜੀ ਕਿਸੇ ਨੂੰ ਕੁਝ ਨਹੀਂ ਦੱਸ ਕੇ ਗਏ। ਜਿਹੜੇ ਅਸੀਂ ਵੱਡੇ ਹਾਂ, ਜਿਨ੍ਹਾਂ ਨਾਲ ਹਰ ਵਿਚਾਰ ਕਰਦੇ ਸੀ ਸਮਾਗਮਾਂ ਦੀ, ਕੁਝ ਬਣਾਉਣਾ ਹੈ, ਕੁਝ ਕਰਨਾ ਹੈ, ਉਹ ਵਿਚਾਰ ਕਰਦੇ ਸਨ। ਪਰ ਇਸ ਗੱਲ ਵਾਸਤੇ ਸਾਡੇ ਨਾਲ ਕੋਈ ਵਿਚਾਰ ਨਹੀਂ ਕੀਤੀ। ਉਦਣ ਜਾਣ ਵਾਸਤੇ 16 ਤਰੀਕ ਨੂੰ ਚਲੇ ਗਏ। ਅਸੀਂ ਬਾਅਦ 'ਚ ਫੋਨ ਕੀਤੇ ਕਿ ਕਿੱਥੇ ਗਏ, ਪਤਾ ਕਰੀਏ। ਜਿਹੜੇ ਉਹਨਾਂ ਦੇ ਨਾਲ ਸਨ ਸਿੰਘ, ਉਹਨਾਂ ਸਭ ਨੂੰ ਕਹਿੰਦੇ ਸੀ ਕਿਸੇ ਦਾ ਕੋਈ ਫੋਨ ਅਟੈਂਡ ਨਹੀਂ ਕਰਨਾ। ਇੱਥੋਂ ਚੱਲ ਕੇ ਫਿਰ ਉਹ ਕੁੰਡਲੀ ਬਾਰਡਰ ਪਹੁੰਚ ਗਏ। ਜਿਹੜੇ ਨਾਲ ਸਿੰਘ ਸਨ ਉਹਨਾਂ ਨੂੰ ਕਿਹਾ ਕਿ ਤੁਸੀਂ ਜਾਓ ਸਟੇਜ 'ਤੇ, ਉੱਥੇ ਜੋ 2 ਜਪਜੀ ਸਾਹਿਬ ਜੀ ਦੇ ਪਾਠ ਕਰਕੇ ਆਓ, 5 ਚੌਪਈ ਸਾਹਿਬ ਜੀ ਦੇ ਪਾਠ ਕਰਕੇ ਆਓ। ਪਰ ਮੰਚ ਦੇ ਉੱਪਰ ਸਮਾਂ ਨਹੀਂ ਸੀਗਾ। ਉੱਥੇ ਮੰਚ ਦੇ ਪਿਛਲੇ ਪਾਸੇ ਕੁਰਸੀਆਂ ਪਈਆਂ ਹਨ,
ਉੱਥੇ ਉਹ ਬੈਠ ਕੇ 2 ਜਪਜੀ ਸਾਹਿਬ ਜੀ ਦੇ ਪਾਠ, 5 ਚੌਪਾਈ ਸਾਹਿਬ ਜੀ ਦੇ ਪਾਠ ਕਰਕੇ ਆਏ, ਬੈਠੇ ਕੀਤਾ। ਤਾਂ ਜਿਹੜਾ ਬੱਚੇ ਨੂੰ ਕੋਲ ਛੱਡ ਕੇ ਗਏ ਸਨ ਉਹ ਤਕਰੀਬਨ 19-20 ਸਾਲ ਦਾ ਹੈ, ਤਾਂ ਉਸ ਨੂੰ ਵੀ ਉਹਨਾਂ ਨੇ ਸਾਈਡ ਤੇ ਕਰ ਦਿੱਤਾ। ਉਸ ਵਕਤ ਜਦੋਂ ਇਹ ਘਟਨਾ ਘਟੀ, ਉਸ ਨੂੰ ਕਹਿਣ ਲੱਗੇ ਬੇਟਾ ਤੂੰ ਵੀ ਚਾਹ ਪੀਆ, ਮੇਰੇ ਲਈ ਵੀ ਚਾਹ ਲਿਆ ਥੋੜੀ ਕਿਤੋਂ ਲੰਗਰ ਚੋਂ। ਤੇ ਕਹਿੰਦੇ ਜਾਣ ਜਦੋਂ ਚੱਲਾ ਬੱਚਾ, ਉਹਨੂੰ ਕਹਿੰਦੇ ਕਿ ਜਿਹੜੇ ਸ਼ੀਸ਼ੇ ਹਨ ਇਹਨਾਂ ਤੇ ਤੌਲੀਏ ਨਾਲ ਪਰਦਾ ਕਰ ਦੇ, ਤੇ ਉਹ ਪਰਦਾ ਕਰ ਲਿਆ ਉਹਨਾਂ ਨੇ। ਉਹ ਬੱਚਾ ਚਾਹ ਲੈਣ ਚਲਾ ਗਿਆ ਤੇ ਬਾਅਦ ਚ ਉਹਨਾਂ ਨੇ ਗੱਡੀ ਨੂੰ ਲੌਕ ਕਰ ਲਿਆ। ਜਦੋਂ ਵਾਪਸ ਆਇਆ ਚਾਬੀ ਉਹਦੇ ਕੋਲ ਹੀ ਸੀ, ਤਾਂ ਘਟਨਾ ਘਟੀ ਹੋਈ ਸੀ। ਉੱਥੋਂ ਫਿਰ ਗੱਡੀ ਦੇ ਵਿੱਚੋਂ ਉਹਨਾਂ ਦੀ ਹੱਥ ਲਿਖਤ ਇੱਕ ਚਿੱਠੀ ਮਿਲੀ, ਜਿਹੜੀ ਆਪ ਸਭ ਤੱਕ ਪਹੁੰਚ ਹੀ ਚੁੱਕੀ ਹੈ। ਉਹਦੇ ਵਿੱਚ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਕੋਈ ਕਿਸੇ ਢੰਗ ਨਾਲ ਰੋਸ ਪ੍ਰਗਟ ਕਰ ਰਿਹਾ ਹੈ ਇਸ ਅੰਦੋਲਨ ਦੇ ਅੰਦਰੋਂ ਸਰਕਾਰ ਦੇ ਪ੍ਰਤੀ ਰੋਸ। ਕੋਈ ਮੈਡਲ ਵਾਪਸ ਕਰ ਰਿਹਾ ਹੈ, ਕੋਈ ਇਨਸਾਨ ਨਾਅਰੇਬਾਜ਼ੀ ਕਰਦਾ ਹੈ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ, ਕੋਈ ਨੌਕਰੀਆਂ ਤੋਂ ਅਸਤੀਫੇ ਦੇ ਰਹੇ ਹਨ। ਪਰ ਮੇਰਾ ਰੋਸ ਪ੍ਰਗਟ ਕਰਨ ਦਾ ਇਹ ਆਪਣਾ ਇੱਕ ਢੰਗ ਹੈ। ਉਹਨਾਂ ਨੇ ਲਿਖਿਆ ਕਿ ਜ਼ੁਲਮ ਕਰਨਾ ਵੀ ਪਾਪ ਹੈ, ਜ਼ੁਲਮ ਸਹਿਣਾ ਵੀ ਪਾਪ ਹੈ, ਜੋ ਇਹ ਜ਼ੁਲਮ ਹੋ ਰਿਹਾ ਮੇਰੇ ਤੋਂ ਸਹਿਆ ਨਹੀਂ ਜਾ ਰਿਹਾ। ਇਸ ਕਰਕੇ ਮੈਂ ਰੋਸ ਪ੍ਰਗਟ ਕਰਦਾ ਹੋਇਆ ਅੰਦੋਲਨ ਦੇ ਹੱਕ ਦੇ ਵਿੱਚ ਸਮੇਂ ਦੀ ਹੁਕੂਮਤ ਦੇ ਜੋ ਧੱਕਾਸ਼ਾਹੀ ਕਰ ਰਹੀ ਹੈ, ਜੋ ਬਿੱਲਾਂ ਦੀ ਸੁਣਵਾਈ ਨਹੀਂ ਕਰ ਰਹੀ, ਤਾਂ ਉਹਨਾਂ ਦੇ ਰੋਸ ਵਜੋਂ ਮੈਂ ਆਤਮਦਾਹ ਕਰਕੇ ਰੋਸ ਪ੍ਰਗਟ ਕਰ ਰਿਹਾ ਹਾਂ। ਇਹ ਉਹਨਾਂ ਨੇ ਕਿਹਾ। ਕਿੰਨੇ ਕੁ ਦਿਨਾਂ ਤੋਂ ਸੇਵਾਵਾਂ ਉੱਥੇ ਦੇ ਰਹੇ ਸੀਗੇ ਬਾਬਾ ਜੀ? ਕਦੋਂ, ਕਿੰਨੇ ਦਿਨ ਪਹਿਲਾਂ ਉੱਥੇ ਜਾ ਰਹੇ ਸੀਗੇ? ਵੈਸੇ ਸੰਗਤ ਨੂੰ ਤਾਂ ਕਹਿੰਦੇ ਰਹਿੰਦੇ ਸਨ ਜਾਓ ਤੁਸੀਂ, ਪਰ ਆਪ ਤਕਰੀਬਨ 9 ਤਰੀਕ ਤੋਂ ਜਾਣਾ ਸ਼ੁਰੂ ਕੀਤਾ। ਪਰ ਜਦੋਂ ਜਾਣਾ ਸ਼ੁਰੂ ਕੀਤਾ ਫਿਰ ਪੂਰਾ ਧਿਆਨ ਹੀ ਉੱਧਰ ਉਹਨਾਂ ਦਾ ਚਲਾ ਗਿਆ। ਫਿਰ ਹਰ ਵਕਤ ਉੱਥੇ ਦੀ ਗੱਲ ਕਰਨੀ, ਸਭ ਕੁਝ ਉੱਥੇ ਦਾ ਹੀ ਕਰਨਾ। ਇਸ ਨਾਲ ਕੋਈ ਆਖਰੀ ਗੱਲਬਾਤ ਇਸ ਸੰਦਰਭ ਦੇ ਵਿੱਚ ਕਿਸਾਨੀ ਨੂੰ ਲੈ ਕੇ ਕੋਈ ਵਿਚਾਰ ਵਟਾਂਦਰਾ ਹੋਇਆ ਹੋਵੇ? ਵਿਚਾਰ ਵਟਾਂਦਰਾ ਇਹ ਬਸ ਉਹ ਕਹਿੰਦੇ ਸਨ ਕਿ ਇਹ ਵਿਚਾਰੇ ਦੁੱਖ ਸਹਿ ਰਹੇ ਹਨ, ਸਰਕਾਰ ਮੰਨ ਨਹੀਂ ਰਹੀ ਹੈ, ਕਿ ਅਜੇ ਕੁਝ ਨਜ਼ਰ ਨਹੀਂ ਆ ਰਿਹਾ ਕਿ ਇਹਦਾ ਫੈਸਲਾ ਨਿਕਲੇਗਾ। ਤੇ ਇਸ ਕਰਕੇ ਕਿ ਸਰਕਾਰ ਦੇ ਉੱਪਰ ਸ਼ਾਇਦ ਮੇਰੀ ਸ਼ਹਾਦਤ ਦਾ ਕੋਈ ਅਸਰ ਹੋਵੇ, ਇਸ ਵਾਸਤੇ ਮੈਂ ਇਹ ਕੁਰਬਾਨੀ ਦੇ ਰਿਹਾ। ਦੂਸਰੀ ਚਿੱਠੀ ਦੀ ਗੱਲ ਕੀਤੀ ਹੈ, ਇੱਕ ਹੋਰ ਪੇਜ ਦੀ ਗੱਲ ਕੀਤੀ ਹੈ, ਉਹ ਆਪ ਜੀ ਤੱਕ ਪਹੁੰਚਿਆ? ਉਸ ਪੇਜ ਸਾਡੇ ਕੋਲ ਹੈ ਉਹਦੇ ਵਿੱਚ ਉਹਨਾਂ ਨੇ ਸਪਸ਼ਟ ਲਿਖਿਆ ਕਿ ਇਹਨੂੰ ਆਤਮ ਹੱਤਿਆ ਨਾ ਸਮਝਣਾ। ਮੈਂ ਆਤਮ ਹੱਤਿਆ ਨਹੀਂ ਕਰ ਰਿਹਾ। ਉਹ 10 ਪੇਜ ਦੀ ਚਿੱਠੀ ਹੈ, ਉਹਦੇ ਵਿੱਚ ਸਾਰੀ ਗੱਲ ਉਹਨਾਂ ਨੇ ਅੰਦੋਲਨ ਦੀ ਕੀਤੀ ਹੈ ਤੇ ਲਿਖਿਆ ਹੈ ਕਿ ਇਹਨੂੰ ਆਤਮ ਹੱਤਿਆ ਨਾ ਸਮਝਣਾ। ਮੈਂ ਆਤਮ ਹੱਤਿਆ ਨਹੀਂ ਕਰ ਰਿਹਾ ਤੇ ਨਾ ਮੈਂ ਕਰਨ ਵਾਲਾ ਹਾਂ, ਪਰ ਮੈਂ ਆਪਣਾ ਰੋਸ ਇਸ ਢੰਗ ਨਾਲ ਪ੍ਰਗਟ ਕਰ ਰਿਹਾ। ਇਹ ਮੇਰੀ ਇੱਕ ਆਪਣੀ ਆਜ਼ਾਦੀ ਹੈ ਕਿ ਮੈਂ ਕਿਵੇਂ ਰੋਸ ਪ੍ਰਗਟ ਕਰਨਾ। ਜਿਵੇਂ ਉਹਨਾਂ ਨੇ ਕਿਹਾ ਵੀ ਉਹ ਚਿੱਠੀ ਮੈਂ ਮਤਲਬ ਪਹਿਲਾਂ ਤੋਂ ਉਹਨਾਂ ਦੇ ਮਨ ਦੇ ਵਿੱਚ ਇਦਾਂ ਦੇ ਵਿਚਾਰ ਉਹਨਾਂ ਦੇ ਲੱਗ ਰਿਹਾ ਕਿ 9 ਤਰੀਕ ਤੋਂ ਇੱਕ ਤਰਤੀਬ ਬਣਦੀ ਆ ਰਹੀ ਸੀ, ਪਰ ਉਹ ਗੱਲ ਕਿਸੇ ਨਾਲ, ਨਾ ਸੰਗੀਆਂ ਨਾਲ, ਨਾ ਸਾਡੇ ਸਾਥੀਆਂ ਨਾਲ, ਸੰਤਾਂ ਨਾਲ ਕਿਸੇ ਨਾਲ ਸਾਂਝੀ ਨਹੀਂ ਕੀਤੀ। ਨਹੀਂ ਤਾਂ ਹਰ ਗੱਲ ਅਸਥਾਨ ਦੀ ਜਿਹੜੀ ਹੁੰਦੀ ਸੀ ਉਹ ਸਾਂਝੀ ਕਰਦੇ ਸਨ। ਤਾਂ ਉਹ ਚਿੱਠੀ ਜਨਤਕ ਕੀਤੀ ਹੈ, ਜਿਹੜੀ ਦੂਸਰੀ ਚਿੱਠੀ ਦੀ ਗੱਲ ਆਪਾਂ ਅਸੀਂ ਅਜੇ ਨਹੀਂ ਜਨਤਕ ਕੀਤੀ। ਕਦੋਂ ਤੱਕ ਉਹ ਜਨਤਕ ਹੋ? ਉਹ ਅਸੀਂ ਆਪਣੇ ਸਾਥੀਆਂ ਨਾਲ ਵਿਚਾਰ ਕਰਕੇ ਫਿਰ ਕਰਾਂਗੇ। ਤਾਂ ਅੰਤਿਮ ਜਿਹੜੀਆਂ ਰਸਮਾਂ ਨੇ, ਅੰਤਿਮ ਸੰਸਕਾਰ ਕਦੋਂ ਤੱਕ? ਜਿਹੜਾ ਅੰਤਮ ਸੰਸਕਾਰ ਹੈ ਉਹ ਕੱਲ੍ਹ ਨੂੰ 18 ਦਸੰਬਰ ਨੂੰ ਦੁਪਹਿਰੇ 12 ਵਜੇ ਹੈ, ਤੇ ਜਿਹੜਾ ਅੰਤਮ ਅਰਦਾਸ ਦੀ ਰਸਮ ਹੈ ਉਹ 25 ਦਸੰਬਰ ਤਕਰੀਬਨ 10 ਵਜੇ ਤੋਂ ਲੈ ਕੇ 2 ਵਜੇ ਤੱਕ ਹੈ। ਖਾਲਸਾ ਜੀ, ਤੁਸੀਂ ਵੀ ਇਹ ਸਾਰੇ ਮਾਹੌਲ ਨੂੰ ਦੇਖਿਆ ਹੈ ਲਗਾਤਾਰ, ਜਿਵੇਂ ਬਾਬਾ ਜੀ ਨੇ ਵੀ ਤੁਸੀਂ ਦੱਸਿਆ ਚਿੱਠੀ ਦੇ ਵਿੱਚ ਵੀ, ਜਾਂ ਉਹਨਾਂ ਦੇ ਮਨਾਂ ਦੇ ਵਿਚਾਰ ਵੀ ਐਵੇਂ ਸੀਗੇ ਵੀ ਸਰਕਾਰ ਦੇ ਉੱਤੇ ਜਿਹੜਾ ਉਹ ਜ਼ੁਲਮ, ਜਿਸ ਤਰੀਕੇ ਦੇ ਨਾਲ ਕਿਸਾਨ ਠੰਡ ਦੇ ਵਿੱਚ ਉੱਥੇ ਰਾਤਾਂ ਕੱਟ ਰਹੇ ਨੇ, ਟਰੈਲੀਆਂ ਦੇ ਹੇਠਾਂ ਸੌ ਰਹੇ ਨੇ, ਤਾਂ ਉਹਨਾਂ ਕੋਲੋਂ ਉਹਨਾਂ ਦਾ ਦੁੱਖ ਸਹਾਰਿਆ ਨਹੀਂ ਗਿਆ, ਤਾਂ ਉਹਨਾਂ ਨੇ ਸ਼ਹਾਦਤ ਤੁਸੀਂ ਕਹਿ ਰਹੇ ਹੋ ਵੀ ਦੇ ਦਿੱਤੀ। ਕਿਵੇਂ ਲੱਗ ਰਿਹਾ ਤੁਹਾਨੂੰ ਸਰਕਾਰ ਦਾ ਰਵੱਈਆ? ਇਸ ਚੀਜ਼ ਦਾ ਹੁਣ ਅਸਰ ਹੋਣ ਦਾ ਲੱਗਦਾ ਤੁਹਾਨੂੰ ਸਰਕਾਰ ਦਾ? ਦੇਖੋ, ਅਸੀਂ ਜ਼ਿਆਦਾ ਸਿਆਸਤ ਦੇ ਨਾਲ ਨਹੀਂ ਜੁੜੇ ਹੋਏ ਹਾਂ। ਅਸੀਂ ਖਬਰਾਂ ਵੀ ਸਾਧੂ ਲੋਕ ਹਾਂ, ਅਸੀਂ ਖਬਰਾਂ ਵੀ ਬਹੁਤ ਘੱਟ ਦੇਖਦੇ ਹਾਂ। ਕੁਝ ਸਾਧੂ ਹੋ ਕੇ ਵੀ ਰਾਜਨੀਤੀ ਨਾਲ ਜੁੜੇ ਹੁੰਦੇ ਹਨ। ਅਸੀਂ ਰਾਜਨੀਤੀ ਦੇ ਵਿਪਰੀਤ ਵੀ ਨਹੀਂ ਹਾਂ, ਪਰ ਜੋ ਸਾਡੀ ਸੰਪਰਦਾ ਇਹ ਰਾਜਨੀਤੀ ਦੇ ਵਿੱਚ ਜ਼ਿਆਦਾ ਇਨਵੋਲਵ ਨਹੀਂ ਕਰਦੀ ਹੈ। ਇਸ ਕਰਕੇ ਸਾਡੀ ਤਾਂ ਸਰਕਾਰ ਅੱਗੇ ਬੇਨਤੀ ਹੈ ਕਿ ਜਿਹੜੇ ਵਿਚਾਰੇ ਅੰਦੋਲਨ ਕਰ ਰਹੇ ਹਨ, ਕਿਉਂਕਿ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਇੱਕ ਮਾਂ ਤੇ ਬਾਪ ਦੀ ਤਰ੍ਹਾਂ ਹੁੰਦੀਆਂ ਹਨ, ਤਾਂ ਜੇਕਰ ਮਾਂ-ਬਾਪ ਹੀ ਪੀੜਾ ਨਾ ਸਮਝਣ ਬੱਚੇ ਦੀ, ਤਾਂ ਫਿਰ ਕੌਣ ਸਮਝੇਗਾ? ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਤੁਸੀਂ ਇੱਕ ਵਾਰੀ ਬਿੱਲ ਵਾਪਸ ਲੈ ਲਓ, ਕਿਸਾਨਾਂ ਨੂੰ ਬੁਲਾਓ, ਉਹਨਾਂ ਕੋਲ ਵੀ ਸਾਡੇ 'ਚ ਬੈਠੋ, ਬਿੱਲ ਦੁਬਾਰਾ ਬਣਾ ਲਓ। ਆਪਾਂ ਘਰਾਂ ਦੇ ਵੀ ਤਾਂ ਫੈਸਲੇ ਕਰਦੇ ਨਾ, ਇਹ ਆਪਣਾ ਇੱਕ ਦੇਸ਼ ਦਾ ਪਰਿਵਾਰ ਹੈ, ਤਾਂ ਬੈਠ ਕੇ ਹੀ ਨਿਕਲਦੇ ਹਨ। ਤਾਂ ਉਹਨਾਂ ਨੂੰ ਚਾਹੀਦਾ ਕਿ ਆਓ ਭਰਾਵੋ, ਅਸੀਂ ਇੱਕ ਵਾਰੀ ਬਿੱਲ ਵਾਪਸ ਲੈਂਦੇ ਹਾਂ, ਅਸੀਂ ਤੁਹਾਡੇ ਨਾਲ ਬੈਠ ਕੇ ਬਿੱਲ ਬਣਾਉਂਦੇ ਹਾਂ। ਇੰਨੀ ਵੀ ਹੰਕਾਰ ਨਹੀਂ ਕਰਨਾ ਚਾਹੀਦਾ
ਕਿ ਜੋ ਮੈਂ ਕਰਦਾ ਉਹ ਠੀਕ ਹੀ ਹੈ। ਕੋਈ ਇਹ ਤਾਂ ਨਹੀਂ ਕਿ ਹਰ ਇਨਸਾਨ ਜੋ ਕਰਦਾ ਉਹ ਠੀਕ ਹੀ ਹੈ। ਹਰ ਇਨਸਾਨ ਗਲਤੀ ਕਰਦਾ। ਸਾਡੇ ਗੁਰੂ ਸਾਹਿਬ ਨੇ ਤਾਂ ਕਿਹਾ ਭੁੱਲਣ ਅੰਦਰ ਸਭ ਕੋ। ਕਹਿੰਦੇ ਜੇ ਭੁੱਲ ਨਹੀਂ ਕਰਦਾ, ਇੱਕ ਗੁਰੂ ਨਹੀਂ ਕਰਦਾ ਤੇ ਇੱਕ ਰੱਬ ਨਹੀਂ ਕਰਦਾ। ਬਾਕੀ ਹਰ ਇਨਸਾਨ ਭੁੱਲਾਂ ਕਰਦਾ। 5 ਲੱਖ ਰੁਪਏ ਦੀ ਸੇਵਾ ਵੀ ਕਿਸਾਨਾਂ ਵਾਸਤੇ ਦੇ ਕੇ ਆਏ ਸੀ ਬਾਬਾ। ਦੇਖਿਆ ਸਨ, ਪਹਿਲੀ 9 ਤਰੀਕ ਨੂੰ ਦੇਖਿਆ ਇਸ ਸਨ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਸੋ ਇਸ ਉਹ ਬੀਬੀ ਨੇ ਜੋ ਬੋਲਿਆ, ਮੈਂ ਆਪ ਜੀ ਦੇ ਚੈਨਲ ਦੇ ਰਾਹੀਂ ਇੱਕ ਬੀਬੀ ਬੋਲੀ ਹੈ, ਅਮਰਜੀਤ ਕੌਰ ਉਸ ਦਾ ਨਾਮ ਹੈ, ਜਿਸ ਨੇ ਇਹ ਕਿਹਾ ਕਿ ਮੈਂ ਨਾਨਸਰ ਸਿੰਘੜਾ ਦੀ ਡਿਸਪੈਂਸਰੀ ਦੇ ਵਿੱਚ ਸੇਵਾ ਕਰਦੀ ਰਹੀ ਹਾਂ। ਇੱਥੇ ਚੈਰੀਟੇਬਲ ਡਿਸਪੈਂਸਰੀ ਚੱਲਦੀ ਹੈ, ਪਰ ਅੱਜ ਕੱਲ੍ਹ ਉਹ ਕਰੋਨਾ ਕਰਕੇ ਬੰਦ ਹੈ। ਅਤੇ ਉਸਨੇ ਉਸ ਦੇ ਵਿੱਚ ਇਹ ਗੱਲ ਕਹੀ ਹੈ ਕਿ ਬਾਬਾ ਜੀ ਜਦੋਂ ਡਿਸਪੈਂਸਰੀ 'ਚ ਆਉਂਦੇ ਸਨ ਤਾਂ ਨੋਟਬੁੱਕ ਦੇ ਵਿੱਚ ਕੁਝ ਲਿਖ ਕੇ ਜਾਂਦੇ ਸਨ ਕਿ ਮੈਂ ਉਹਨਾਂ ਦੀ ਹੈਂਡ ਰਾਈਟਿੰਗ ਦੇਖੀ ਹੈ। ਮੈਂ ਬੇਨਤੀ ਕਰਾਂ, ਉਹ ਹੈਂਡ ਰਾਈਟਿੰਗ ਟੈਸਟ ਕਰਨ ਦੀ ਸਪੈਸ਼ਲਿਸਟ ਤਾਂ ਨਹੀਂ ਹੈ, ਠੀਕ ਹੈ। ਇੱਥੇ ਪਤਾ ਨਹੀਂ ਕਦੋਂ ਰਹੀ ਆ, ਮੇਰੀ ਤਾਂ ਨੌਲੇਜ ਵਿੱਚ ਨਹੀਂ ਹੈ। ਸੰਤ ਪਰਮਜੀਤ ਸਿੰਘ ਜੀ ਹਨ ਸਾਡੇ ਸਾਥੀ, ਉਹ ਉਹਨੂੰ ਜਾਣਦੇ ਹਨ। ਉਹਦਾ ਨੰਬਰ ਉਹਨਾਂ ਕੋਲ ਨਹੀਂ ਹੈ। ਉਹ ਕਹਿੰਦੇ ਆਂਦੀ ਰਹੀ ਹੈ, ਇੱਥੇ ਸੇਵਾ ਕਰਦੀ ਰਹੀ ਹੈ। ਪਰ ਮੈਂ ਉਸ ਬੀਬੀ ਨੂੰ ਕਹਾਂ ਕਿ ਤੂੰ 1-2 ਵਾਰੀ ਹੈਂਡ ਰਾਈਟਿੰਗ ਦੇਖ ਕੇ ਇਹ ਪੁਖਤਾ ਤੌਰ ਤੇ ਇਹਨਾਂ ਤੂੰ ਚੈਨਲ ਦੇ ਉੱਪਰ ਇਸ ਢੰਗ ਨਾਲ ਬੋਲ ਰਹੀ ਹੈ ਕਿ ਉਹ ਇਸ ਤਰ੍ਹਾਂ ਨਹੀਂ ਕਰ ਸਕਦੇ। ਹਰ ਇਨਸਾਨ ਦੇ ਪਰਿਸਥਿਤੀਆਂ ਦੇ ਮੁਤਾਬਕ ਵਿਚਾਰ ਬਦਲਦੇ ਹਨ। ਕਦੀ ਇਨਸਾਨ ਦੇ ਵਿਚਾਰ ਕਿਸ ਤਰ੍ਹਾਂ ਦੇ ਹੁੰਦੇ ਹਨ, ਕਦੀ ਕਿਸ ਤਰ੍ਹਾਂ ਦੇ ਹੁੰਦੇ ਹਨ। ਹੁਣ ਇਹ ਸਾਰਾ ਕੁਝ ਦੇਖ ਕੇ ਜੇ ਇੱਕ ਸੰਤ ਦਾ ਹਿਰਦਾ ਨਹੀਂ ਦਰਵੇਗਾ ਤਾਂ ਹੋਰ ਕਿਹਦਾ ਦਰਵੇਗਾ। ਇਸ ਕਰਕੇ ਮੈਂ ਆਪ ਜੀ ਦੇ ਚੈਨਲ ਦੇ ਰਾਹੀਂ, ਤੁਹਾਡੇ ਚੈਨਲ ਤੋਂ ਬੀਬੀ ਬੋਲੀ ਆ, ਮੈਂ ਚੈਨਲ ਨੂੰ ਵੀ ਬੇਨਤੀ ਕਰਾਂਗਾ ਕਿ ਜਣੇ ਖਣੇ ਦੇ ਕੋਲੋਂ ਜਿਹੜਾ ਤੁਰਿਆ ਫਿਰਦਾ ਹੈ, ਜਣਾ ਖਣੇ ਜਿਹੜਾ ਤੁਰਿਆ ਫਿਰਦਾ, ਉਹਨੂੰ ਪਕੜ ਕੇ ਇੰਟਰਵਿਊ ਨਾ ਲਿਆ ਕਰਨ। ਉਹਨਾਂ ਦਾ ਫਰਜ਼ ਬਣਦਾ ਸੀ ਇੱਥੇ ਕਿਸੇ ਨੂੰ ਫੋਨ ਕਰਦੇ, ਸਾਡੇ ਸਿੰਘਾਂ ਦੇ ਨਾਲ ਇਹ ਕੰਟੈਕਟ ਕਰਦੇ। ਜਿਵੇਂ ਹੁਣ ਤੁਸੀਂ ਆਏ ਹੋ ਨਾ, ਤਾਂ ਇਸ ਕਰਕੇ ਇਹ ਚਾਹੀਦਾ ਹੈ ਕਿ ਜਿਹੜੇ ਗੁਰਮੁਖ ਪਿਆਰੇ ਜਿਸ ਸੰਸਥਾ ਨਾਲ ਜੁੜੇ ਹਨ, ਉਹਨਾਂ ਨੂੰ ਕੰਟੈਕਟ ਕਰਕੇ ਦੁਨੀਆ ਤੱਕ ਸੰਦੇਸ਼ ਪਹੁੰਚਾਇਆ ਜਾਏ, ਤਾਂ ਕਿ ਸੰਦੇਸ਼ ਸਹੀ ਢੰਗ ਨਾਲ ਪਹੁੰਚ ਸਕੇ, ਤਾਂ ਕਿ ਦੁਨੀਆ ਵਿਚਾਰੀ ਭੰਬਲ ਭੁੱਸੇ ਵਿੱਚ ਨਾ। ਸਾਡਾ ਵੀ ਮੰਤਵ ਇਹੀ ਹੈ ਵੀ ਅਸੀਂ ਬੇਸ਼ੱਕ ਉਹ ਸਵਾਲ ਉੱਠੇ ਨੇ, ਅਸੀਂ ਵੀ ਉਸ ਸਵਾਲ ਦਾ ਜਵਾਬ ਦੇ ਵਾਸਤੇ ਤੁਹਾਨੂੰ ਸਵਾਲ ਇਸ ਕਰਕੇ ਨਹੀਂ ਕੀਤਾ ਕਿਉਂਕਿ ਇੱਥੇ ਮਾਹੌਲ ਇੱਕ ਪਾਸੇ ਇੱਕ ਜਾਨ ਕਿਸਾਨਾਂ ਦੇ ਲੇਖੇ ਲੱਗੀ ਹੈ, ਤਾਂ ਅਜਿਹੇ ਮਾਹੌਲ ਦੇ ਵਿੱਚ ਆਪਾਂ ਸਵਾਲ ਕਰਦੇ ਨਹੀਂ ਚੰਗੇ ਲੱਗ ਰਹੇ। ਪਰ ਲੋਕਾਂ ਦੀ ਆਵਾਜ਼ ਇੱਕ ਪਲੇਟਫਾਰਮ ਹੁੰਦਾ, ਉਹਦੇ ਉੱਤੇ ਲੋਕ ਆ ਕੇ ਬੋਲ ਜਾਂਦੇ। ਤੁਹਾਨੂੰ ਕਿਉਂ ਲੱਗਦਾ ਉਹ ਕਿਉਂ ਇਦਾਂ ਕਹਿ ਰਹੇ ਆ? ਕੋਈ ਉਹਨਾਂ ਦੀ ਕੋਈ ਰੰਜਿਸ਼ ਤਾਂ ਨਹੀਂ ਸੀਗੀ? ਕਦੀ ਕਿਸੇ ਨਾਲ ਕੋਈ ਗੱਲਬਾਤ ਤਾਂ ਨਹੀਂ ਹੋਈ ਪੁਰਾਣੀ ਉਸ ਲੇਡੀ ਦੀ ਜਿਹਦੀ ਤੁਸੀਂ ਗੱਲ ਕਰ ਰਹੇ ਹੋ? ਦੇਖੋ, ਮੈਂ ਆਪ ਜੀ ਨੂੰ ਕਿ ਮੈਂ ਉਸ ਲੇਡੀਜ਼ ਨੂੰ ਨਹੀਂ ਜਾਣਦਾ, ਪਰ ਬਾਬਾ ਰਾਮ ਸਿੰਘ ਜੀ ਇੱਕ ਐਸੀ ਸ਼ਖਸੀਅਤ ਸਨ, ਉਹਨਾਂ ਦੇ ਪ੍ਰਤੀ ਕਿਸੇ ਨੂੰ ਰੰਜਿਸ਼ ਹੋ ਹੀ ਨਹੀਂ ਸਕਦੀ। ਅੱਜ ਸਾਰੀ ਪਬਲਿਕ ਹੈ, ਤੁਸੀਂ ਕਿਸੇ ਨੂੰ ਪੁੱਛ ਲਓ ਕਿ ਬਾਬਾ ਰਾਮ ਸਿੰਘ ਜੀ ਇੰਨੇ ਮਿੱਠ ਬੋਲੜੇ, ਇੰਨੇ ਹਰ ਨੂੰ ਆਪਣੇ ਗਲੇ ਨਾਲ ਲਗਾਉਣ ਵਾਲੇ, ਉਹਨਾਂ ਦੇ ਪ੍ਰਤੀ ਕਿਸੇ ਦੀ ਰੰਜਿਸ਼ ਨਹੀਂ ਹੋ ਸਕਦੀ। ਤਾਂ ਇਹ ਵੀ ਤਾਂ ਹੋ ਸਕਦਾ ਕਿ ਸਮੇਂ ਦੀਆਂ ਹਕੂਮਤਾਂ ਹੱਥ ਕੰਡੇ ਅਲੱਗ-ਅਲੱਗ ਢੰਗਾਂ ਨਾਲ ਵਰਤਦੀਆਂ ਹਨ। ਕਿਸੇ ਵੀ ਬੰਦੇ ਨੂੰ ਜਿਹੜਾ ਰਾਜਨੀਤੀ ਦਾ ਹੈ ਸ਼ਾਮ ਦਾਮ ਡੰਡ ਭੇਦ, ਉਹ ਲਾਗੂ ਕਰਕੇ ਕਿਸੇ ਨੂੰ ਵੀ ਖੜਾ ਕਰ ਸਕਦੇ ਹਨ। ਕੌਣ ਹੀ ਇਨਸਾਨ ਪੈਸੇ ਤੇ ਤੇਜਦਾ, ਕੌਣ ਹੀ ਇਨਸਾਨ ਡੰਡੇ ਤੋਂ ਡਰਦਾ, ਕੀ ਪਤਾ ਕਿਸੇ ਨੇ ਐਵੇਂ ਖੜਾ ਕੀਤਾ ਹੋਵੇ। ਤੇ ਇਸ ਕਰਕੇ ਮੈਂ ਇੱਕ ਬੇਨਤੀ ਕਰ ਦੇਵਾਂ ਆਪ ਜੀ ਦੇ ਚੈਨਲ ਰਾਹੀਂ, ਉਹ ਲਿਖਤ ਸਾਡੇ ਕੋਲ ਵੀ ਹੈ। ਤਾਂ ਜੇਕਰ ਜਿਹੜੇ ਟੈਸਟ ਕਰਦੇ ਹਨ ਹੈਂਡ ਰਾਈਟਿੰਗ ਦੀਆਂ ਕਿ ਓਰੀਜਨਲ ਹੈ ਕਿ ਗਲਤ ਹੈ, ਉਹ ਕਿਸੇ ਵੀ ਜਗ੍ਹਾ ਤੇ ਕਰ ਸਕਦੇ ਹਨ। ਤਾਂ ਉਸ ਬੀਬੀ ਨੂੰ ਵੀ ਮੈਂ ਇਹ ਕਹਿਣਾ ਕਿ ਬੀਬਾ, ਇਹੋ ਜਿਹੀਆਂ ਭਟਕਾਹੜ ਵਾਲੀਆਂ ਗੱਲਾਂ ਨਹੀਂ ਕਰੀਦੀਆਂ, ਕਿਸੇ ਵੀ ਸੰਸਥਾ ਦੇ ਪ੍ਰਤੀ ਇਸ ਤਰ੍ਹਾਂ ਦੀ ਗੱਲ ਨਹੀਂ ਕਰੀਦੀ। ਇਹ ਮੈਂ ਆਪ ਜੀ ਦੇ ਚੈਨਲ ਵਿੱਚ ਸੰਦੇਸ਼ ਦੇਣਾ ਚਾਹੁੰਦਾ। ਤੁਸੀਂ ਚਿੱਠੀ ਵੀ ਜਨਤਕ ਕਰੋਗੇ ਵਿਚਾਰ ਤੋਂ ਬਾਅਦ? ਹਾਂ, ਉਹ ਥੋੜ੍ਹੀ ਸਾਥੀਆਂ ਨਾਲ ਵਿਚਾਰ ਕਰਕੇ ਕਿ ਜਿਵੇਂ ਸਾਡੇ ਸਤਸੰਗੀ ਹਨ ਉਹਨਾਂ ਨਾਲ ਵਿਚਾਰ ਕਰਕੇ, ਕਿਉਂਕਿ ਜਿਹੜੀ ਉਹਨਾਂ ਦੀ ਦੂਸਰੀ ਚਿੱਠੀ ਹੈ, ਜਿਹੜੀ ਪਹਿਲੀ ਚਿੱਠੀ, ਉਹਦੇ ਵਿੱਚ ਉਹਨਾਂ ਨੇ ਸਪਸ਼ਟ ਕਰ ਹੀ ਦਿੱਤਾ ਹੋਇਆ ਮੇਨ ਗੱਲਾਂ। ਤਾਂ ਜੇ ਅਸੀਂ ਠੀਕ ਸਮਝਾਂਗੇ ਫਿਰ ਉਹ ਰਿਲੀਜ਼ ਕਰ ਦੇ। ਹੋ ਸਕਦਾ ਇਹ ਸਵਾਲ ਵੀ ਲੋਕ ਤਾਂ ਹੀ ਕਰ ਰਹੇ ਹੋਣ ਵੀ ਇੱਕ ਚਿੱਠੀ ਜਿਹੜੀ ਜਨਤਕ ਨਹੀਂ ਹੋਈ ਹੈ, ਦੂਸਰੀ ਚਿੱਠੀ ਆ ਗਈ ਹੈ। ਕੋਈ ਇਦਾਂ ਦਾ ਨਹੀਂ ਲੱਗ ਰਿਹਾ ਵੀ? ਕੋਈ ਨਹੀਂ, ਜੇ ਜ਼ਰੂਰਤ ਪਈ ਅਸੀਂ ਕਰ ਦਿਆਂਗੇ। ਗੱਲਬਾਤ ਕਰਨ ਲਈ ਧੰਨਵਾਦ। ਸੋ ਇਹ ਸਨ ਸੰਤ ਬਾਬਾ ਭੋਲਾ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਵਿਸਥਾਰ ਦੇ ਵਿੱਚ ਇਸ ਪੂਰੀ ਘਟਨਾ ਦੇ ਬਾਰੇ ਜਾਣਕਾਰੀ ਦਿੱਤੀ। ਔਰ ਉੱਥੇ ਹੀ ਜਿਹੜੀ ਇੱਕ ਮਹਿਲਾ ਦੇ ਵੱਲੋਂ ਇਲਜ਼ਾਮ ਲਗਾਏ ਸੀ ਵੀ ਇਹ ਰਾਈਟਿੰਗ ਜਿਹੜੀ ਹੈ ਸੰਤ ਬਾਬਾ ਜਿਨ੍ਹਾਂ ਦੀ ਦੇਹਾਂਤ ਹੋਇਆ ਉਹਨਾਂ ਦੀ ਨਹੀਂ ਹੈ। ਤਾਂ ਉਹਨਾਂ ਨੇ ਸਪਸ਼ਟ ਕੀਤਾ ਹੈ ਵੀ ਇਹ ਰਾਈਟਿੰਗ ਜਿੱਥੇ ਮਰਜ਼ੀ ਤੁਸੀਂ ਚੈੱਕ ਕਰਵਾ ਸਕਦੇ ਹੋ, ਟੈਸਟ ਕਰਵਾ ਸਕਦੇ ਹੋ, ਇਹ ਰਾਈਟਿੰਗ ਉਹਨਾਂ ਦੀ ਹੀ ਹੈ। ਇਸੇ ਕਰਕੇ ਉਹਨਾਂ ਨੇ ਉਸ ਮਹਿਲਾ ਨੂੰ ਵੀ ਜਵਾਬ ਦਿੱਤਾ ਹੈ। ਕੈਮਰਾ ਪਰਸਨ ਵਰਿੰਦਰ ਮਹਿਰਾ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ, ਕੁੰਡਲੀ ਬਾਰਡਰ, ਸਿੰਗੜਾ।